PTC ਦੇ ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਸਵਾਗਤ ਹੈ। ਕਰੋਨਾ ਵਾਇਰਸ ਦੇ ਕਰਕੇ ਹਰ ਇੱਕ ਨੂੰ ਸੈਟਬੈਕ ਹੋਈ ਹੈ, ਹਰ ਇੱਕ ਦਾ ਨੁਕਸਾਨ ਹੋਇਆ। ਅੱਜ ਅਸੀਂ ਬਲਵਿੰਦਰ ਸਿੰਘ ਬਾਜਵਾ ਜੀ ਦੇ ਨਾਲ ਬੈਠੇ ਹਾਂ। ਬਾਜਵਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਇੱਥੇ ਆਉਣ ਦਾ। ਬਾਜਵਾ ਜੀ, ਤੁਹਾਡਾ ਨਾਂ ਅਗਰ ਸੁਣਦੇ ਹਾਂ ਤਾਂ ਇਸ ਚੱਕਰ ਸੁਣਦੇ ਹਾਂ ਕਿ ਗਾਉਣ ਵਾਲਿਆਂ ਨੂੰ ਲਿਆ ਕੇ ਸ਼ੋਅ ਕਰਵਾਉਣ ਦੀ। ਹਾਂਜੀ, ਪਰ ਤੁਹਾਡਾ ਇਹ ਬਿਜ਼ਨਸ ਸੁਪਰੀਮ ਡਾਈਨਰ ਜੋ ਹੈਗਾ, ਇਹਦੇ ਬਾਰੇ ਵੀ, ਕਿਉਂਕਿ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਪ੍ਰੋਬਲਮ ਇਹ ਹੋਈ ਹੈ ਕਿ ਅੰਦਰ ਬੈਠ ਕੇ ਕਿਸੇ ਨੂੰ ਖਾਣਾ ਨਹੀਂ ਖਾਣ ਦਿੱਤਾ ਜਾ ਰਿਹਾ। ਔਰ ਕਿੰਨਾ ਕੁ ਨੁਕਸਾਨ ਤੁਸੀਂ ਝੱਲਿਆ ਇਸ ਚੱਕਰ ਦੇ ਵਿੱਚ, ਤੇ ਕਦੋਂ ਦੇ ਇਹ ਬਿਜ਼ਨਸ ਤੁਹਾਡੇ ਕੋਲ ਹੈਗਾ ਸੀ? ਪਹਿਲੀ ਗੱਲ ਕਿ ਚਲੋ ਤੁਹਾਨੂੰ ਪਤਾ ਕਿ ਇੱਥੇ ਬਿਜ਼ਨਸ ਆਪਣੇ ਕਾਫੀ ਕਮਿਊਨਿਟੀ ਦੇ ਹੈਗੇ ਨਾ, ਪਰ ਨਾਂ ਜਿਹੜਾ ਜਿੱਦਾਂ ਜੁੜ ਜਾਂਦਾ ਗਾਉਣ ਵਾਲਿਆਂ ਕਰਕੇ ਸ਼ੁਰੂ ਕੀਤਾ ਸੀ। ਪਰ ਤੁਹਾਨੂੰ ਪਤਾ ਕਿ ਇਕੱਲੇ ਗਾਉਣ ਵਾਲਿਆਂ ਦੇ ਨਾਲ ਘਰ ਦੇ ਖਰਚੇ ਤੇ ਨਹੀਂ ਚੱਲਦਾ। ਇਹ ਇੱਕ ਹੁਣ ਅੱਜ ਕੱਲ੍ਹ ਤੇ ਇੱਕ ਕਿਸਮ ਦਾ ਇਹ ਸ਼ੌਂਕ ਹੀ ਰਹਿ ਗਿਆ ਹੈ ਨਾ। ਇਹ ਇੱਕ ਤੁਹਾਡਾ ਇੱਕ ਹੌਬੀ ਲਾ ਲਓ, ਸ਼ੌਂਕ ਲਾ ਲਓ। ਪਹਿਲਾਂ ਇਹ ਬਿਜ਼ਨਸ ਦੇ ਤੌਰ ਤੇ ਆਪਾਂ ਇਹਨੂੰ ਕਹਿ ਸਕਦੇ ਸੀ। ਬਾਕੀ ਇਹ ਜਿਹੜਾ ਸਾਈਡ ਦੇ ਉੱਤੇ ਬਿਜ਼ਨਸ ਕਰਨੇ ਪੈਂਦੇ, ਇਹ ਸਾਡਾ ਜਿਹੜਾ ਇਹਨੂੰ 5 ਸਾਲ ਹੋ ਗਿਆ। ਪਹਿਲਾਂ ਇੱਥੇ ਇੱਕ ਡੈਲੀ ਹੁੰਦੀ ਸੀ। ਡੈਲੀ ਦੇ ਵਿੱਚ ਜਿੱਦਾਂ ਪਤਾ ਤੁਹਾਨੂੰ ਗਰੋਸਰੀ ਵੀ ਸਾਰਾ ਸਮਾਨ ਹੁੰਦਾ ਸੀ, ਸੈਂਡਵਿਚ ਵਗੈਰਾ। ਉਸ ਤੋਂ ਥੋੜ੍ਹੇ ਸਮੇਂ ਬਾਅਦ ਅਸੀਂ ਇਹਨੂੰ ਇੱਕ ਡਾਈਨਰ ਦਾ ਰੂਪ ਦਿੱਤਾ। ਠੀਕ ਹੈ। ਇਹਨੂੰ ਹੁਣ 5 ਸਾਲ ਹੋ ਗਏ ਸਾਨੂੰ ਇਸ ਬਿਜ਼ਨਸ ਸਾਡੇ ਕੋਲ। ਤੇ ਜਦੋਂ ਇਹ ਕਰੋਨਾ ਦੀ ਮਾਰ ਪਈ ਹੈ, ਉਸ ਤੋਂ ਬਾਅਦ ਦੁਨੀਆ ਦਾ ਕੋਈ ਵੀ ਇਦਾਂ ਦਾ ਬਿਜ਼ਨਸ ਨਹੀਂ ਜਿਹਨੂੰ ਮਾਰ ਨਹੀਂ ਪਈ। ਉਹ ਸਾਰਿਆਂ ਨੂੰ ਪਈ ਹੈ। ਖਾਸ ਕਰਕੇ ਜਿਹੜੇ ਹੁਣ ਰੈਸਟੋਰੈਂਟ ਦੇ ਬਿਜ਼ਨਸ ਹੈ, ਇਹਦੇ ਵਿੱਚ ਹੁਣ ਵੇਖੋ ਅੰਦਰ ਬੈਠ ਨਹੀਂ ਸਕਦੇ, ਕਿਉਂਕਿ ਅੰਦਰ ਜਿਹੜੀ ਬੈਠਣ ਦੀ ਬਿਲਕੁਲ ਮਨਾਹੀ ਹੈ। ਤੇ ਹੁਣ ਉਹਦੇ ਕਰਕੇ ਕਾਫੀ ਬਹੁਤ ਜ਼ਿਆਦਾ ਫਰਕ ਪਿਆ ਬਿਜ਼ਨਸ ਦਾ। ਪਹਿਲਾਂ ਤੇ ਕਿੰਨਾ ਚਿਰ ਬਿਜ਼ਨਸ ਪਹਿਲਾਂ ਉਹਨਾਂ ਖੋਲ੍ਹਿਆ ਹੀ ਨਹੀਂ, ਉਦੋਂ ਬੰਦ ਸੀ। ਤੇ ਬਾਅਦ ਦੇ ਵਿੱਚ ਹੁਣ ਜਦੋਂ ਖੋਲ੍ਹਿਆ, ਤੇ ਹੁਣ ਅਸੀਂ ਇੱਥੇ ਅਜੇ ਤੱਕ ਜਿਹੜੀ ਸਟੇਟ ਵੇ ਉਹ ਅਲਾਉ ਨਹੀਂ ਕਰ ਰਹੀ ਕਿ ਅੰਦਰ ਸਿਟਿੰਗ ਦਾ ਬੈਠ ਕੇ, ਕਿਉਂਕਿ ਉਹ ਵੀ ਆਪਣੀ ਜਗ੍ਹਾ ਠੀਕ ਹੈ ਕਿ ਅੱਗੇ ਬੜੀ ਮੁਸ਼ਕਲ ਨਿਊਯਾਰਕ ਨੇ ਬੜੀ ਵੱਡੀ ਮਾਰ ਚੱਲੀ ਕਰੋਨਾ ਦੀ। ਉਹ ਫਿਰ ਨਹੀਂ ਚਾਹੁੰਦੇ ਕੋਈ ਇਦਾਂ ਦੀ ਗੱਲਬਾਤ ਹੋਵੇ ਕੁਝ, ਇਸ ਕਰਕੇ ਅਜੇ ਖੁੱਲ੍ਹਣ ਦਾ ਇਹਦਾ ਕੋਈ ਲੱਗਦਾ ਨਹੀਂ ਕਦੋਂ ਇਹ ਖੁੱਲ੍ਹਿਆ ਜਾਏਗਾ ਜੀ। ਤੇ ਤੁਸੀਂ ਬਿਜ਼ਨਸ ਨੂੰ ਬਚਾਉਣ ਲਈ ਕੀ ਕੋਸ਼ਿਸ਼ਾਂ ਕੀਤੀਆਂ ਕਿ ਇਹ ਬਿਜ਼ਨਸ, ਕਿਉਂ ਦੇਖੋ ਜਦੋਂ ਬੰਦਾ ਇੱਕ ਵਾਰੀ ਪੈਰਾਂ ਤੋਂ ਉੱਖੜ ਜਾਵੇ ਮੁੜ ਕੇ ਪੈਰਾਂ 'ਤੇ ਨਹੀਂ ਆਉਂਦਾ। ਤੁਸੀਂ ਕੀ ਕੋਸ਼ਿਸ਼ਾਂ ਕੀਤੀਆਂ ਕਿ ਤੁਹਾਡਾ ਇਹ ਬਿਜ਼ਨਸ ਬਚਿਆ ਰਹੇ? ਕੋਸ਼ਿਸ਼ਾਂ ਇਹ ਹੈ ਕਿ ਦੇਖੋ ਹੁਣ ਅੱਜ ਤੁਸੀਂ ਸਿਟੀ ਜਾ ਕੇ ਦੇਖ ਲਓ, ਜਿਹੜਾ ਮੇਨ ਮਨਹੈਟਨ ਹੈ ਨਾ, ਉੱਥੇ ਜਿੰਨੇ ਵੀ ਵੱਡੇ ਵੱਡੇ ਰੈਸਟੋਰੈਂਟ ਸੀ, ਜਿੰਨੇ ਡਾਈਨਰ ਸੀ, ਬੜੀ ਵੱਡੀ ਗਿਣਤੀ ਦੇ ਵਿੱਚ ਬੰਦ ਪਏ ਨੇ। ਹਾਂਜੀ, ਬਿਲਕੁਲ। ਬਹੁਤ ਘੱਟ ਤੁਸੀਂ ਦੇਖੋਗੇ ਕਿ ਜਿੱਥੇ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ ਉਹ ਖੁੱਲ੍ਹੇ ਹੋਣਗੇ। ਸੋ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਵੀ ਇੱਥੇ ਖਾਸ ਕਰਕੇ ਜਿੱਦਾਂ ਹੁਣ ਤੁਸੀਂ ਸਵੇਰ ਦਾ ਟਾਈਮ ਸੈਟਰਡੇ ਸੰਡੇ ਦਾ ਖਾਸ ਕਰ ਹੋਵੇ, ਸਾਡਾ ਅੰਦਰ ਇਹ ਪੂਰਾ ਭਰਿਆ ਹੁੰਦਾ ਸੀ, ਬਾਹਰ ਤੱਕ ਲਾਈਨ ਲੱਗੀ ਹੁੰਦੀ ਸੀ ਜਿਹੜੇ ਬ੍ਰੇਕਫਾਸਟ ਵਾਲਿਆਂ ਦੀ ਕਰਨ ਦੀ। ਕਿਉਂਕਿ ਲਾਗੇ ਚਰਚ ਵੇ, ਸਾਡੇ ਪਿਛਲੇ ਪਾਸੇ ਇੱਕ ਬੜਾ ਵੱਡਾ ਕੁਈਨਸ ਜਨਰਲ ਹਸਪੀਟਲ ਹੈ, ਉਹ ਵੀ ਸਾਰੇ ਜਿੰਨੇ ਸਾਡੇ ਡਾਕਟਰ, ਕਿਉਂਕਿ ਸਾਫ਼ ਕਰਕੇ ਸਫਾਈ ਕਰਕੇ ਉਹ ਵੀ ਇੱਥੇ ਕਾਫੀ ਹੁੰਦੇ ਸੀ। ਤੇ ਉਸ ਤੋਂ ਬਾਅਦ ਸਭ ਤੋਂ ਮੇਨ ਗੱਲ ਇਹ ਹੀ ਦੇਖੋ ਕਿ ਅੱਜ ਦੀ ਤਰੀਕ ਦੇ ਵਿੱਚ ਜਿਨ੍ਹਾਂ ਨੇ ਆਪਣੇ ਬਿਜ਼ਨਸ ਖੋਲ੍ਹੇ ਰੱਖੇ ਨੇ, ਇਹ ਹੀ ਇੱਕ ਬੜੀ ਵੱਡੀ ਗੱਲ ਹੈ ਕਿ ਤੁਸੀਂ ਸਰਵਾਈਵ ਕਰ ਰਹੇ ਹੋ। ਹੁਣ ਸਾਡਾ ਬਿਜ਼ਨਸ ਸਿਰਫ ਇੱਥੇ ਹੈਗਾ, ਅਸੀਂ ਸਿਰਫ ਜਿਹੜੀ ਡਿਲੀਵਰੀ ਹੈ ਉਹ ਜੇ ਕੋਈ ਆਰਡਰ ਕਰਦਾ ਤਾਂ ਇੱਥੋਂ ਆ ਕੇ ਲੈ ਕੇ ਚਲੇ ਜਾਂਦੇ। ਜਾਂ ਜਿਹੜੇ ਸਾਡੇ ਕੋਲ ਇੱਥੇ ਜਿਹੜਾ ਸਟਾਫ ਰੱਖਿਆ, ਸਕੂਟਰੀਆਂ ਜਿੱਦਾਂ ਰੱਖੀਆਂ ਛੋਟੀਆਂ ਗੱਡੀ, ਉਹ ਜਦੋਂ ਕੰਪਨੀਆਂ ਦੇ ਨਾਲ ਸਾਡਾ ਕੰਟੈਕਟ ਹੈ ਕਾਫੀ, ਜਿੱਦਾਂ ਉਬਰ ਈਟ ਵੀ ਹੈ, ਹੋਰ ਵੀ ਹੈ, ਉਹ ਉਹਨਾਂ ਦੇ ਬਾਈ ਈਮੇਲ ਵਾਇਆ ਫੈਕਸ ਜਿਹੜੇ ਆਰਡਰ ਆਉਂਦੇ ਨੇ, ਉਹ ਡਿਲੀਵਰੀਆਂ ਜਿਹੜਾ ਸਾਡਾ ਸਟਾਫ ਹੈ ਸਾਰਾ ਡਿਲੀਵਰੀ ਘਰ ਜਾ ਕੇ ਕਰਦਾ। ਇਹੋ ਹੀ ਅਜੇ ਤੱਕ ਬਿਜ਼ਨਸ ਹੈ। ਹੋਰ ਇਸ ਤੋਂ ਵੱਧ ਕੁਛ ਨਹੀਂ ਹੈਗਾ। ਜਿਹੜਾ ਪਹਿਲਾਂ ਸਿਟਿੰਗ ਦਾ ਹੀ ਉਹ ਟੋਟਲੀ ਫਿਨਿਸ਼ ਹੈ। ਹਾਂਜੀ। ਇੱਕ ਮੈਂ ਆਮ ਤੌਰ ਤੇ ਦੇਖਿਆ ਕਿ ਬਹੁਤ ਸਾਰੇ ਰੈਸਟੋਰੈਂਟਾਂ ਨੇ ਨਾ ਆਊਟਸਾਈਡ ਜਿੱਦਾਂ ਪਾਰਕਿੰਗ ਦੇ ਵਿੱਚ ਜਗ੍ਹਾ ਉਹਨਾਂ ਨੂੰ ਸਰਕਾਰ ਨੇ ਅਲਾਉ ਕੀਤੀ ਹੈ, ਉੱਥੇ ਉਹਨਾਂ ਨੇ ਇਹ ਸਿਸਟਮ ਬਣਾਇਆ ਕਿ ਲੋਕ ਬਹਿ ਕੇ ਉੱਥੇ ਖਾ ਸਕਣ। ਉੱਥੇ ਡਰਿੰਕ ਵਗੈਰਾ ਦਾ ਰੌਲਾ ਵੀ ਪੈਂਦਾ ਹੈ, ਪਰ ਬਣਾਇਆ ਕਈ ਲੋਕਾਂ ਨੇ। ਤੁਸੀਂ ਨਹੀਂ ਸੋਚਿਆ? ਨਹੀਂ, ਸਾਡੇ ਕੋਲ ਇਹ ਪਰਮਿਸ਼ਨ ਹੈਗੀ ਹੈ, ਕਿਉਂਕਿ ਸਟੇਟ ਨੇ ਪਰਮਿਸ਼ਨ ਦਿੱਤੀ ਹੈ। ਤੁਸੀਂ ਬਾਹਰ ਫੁੱਟਪਾਥ 'ਤੇ ਆਪਣੇ ਟੈਂਟ ਵਗੈਰਾ ਲਾ ਕੇ ਬਿਠਾ ਸਕਦੇ ਹੋ। ਉਹਦੇ ਵਿੱਚ ਇਹ ਹੈ ਕਿਉਂਕਿ ਉਹ ਪਰਮਾਨੈਂਟ ਕੰਮ ਨਹੀਂ ਹੈਗਾ। ਉਹਦੇ ਵਿੱਚ ਨੰਬਰ 1 ਨਿਊਯਾਰਕ ਦਾ ਵੈਦਰ ਦਾ ਕੋਈ ਪਤਾ ਨਹੀਂ ਹੈ ਨਾ, ਉਹ ਵੀ ਪੈਣਾ। ਨੰਬਰ 2 ਅਸੀਂ ਤੁਸੀਂ ਦੇਖਿਆ ਹੋਗਾ ਕਿ ਕਿੰਨੇ ਜਿਹੜੇ ਲਿਕਵਰ ਲਾਇਸੈਂਸ ਜਿਹੜੇ ਉਹ ਕੈਂਸਲ ਹੋਏ, ਉਹਨਾਂ ਸਸਪੈਂਡ ਕੀਤੇ ਨੇ। ਜਦੋਂ ਬਾਹਰ ਕੋਈ ਡਰਿੰਕ ਕਰਦਾ, ਕਈ ਵਾਰੀ ਤੁਹਾਨੂੰ ਪਤਾ ਨਹੀਂ ਹੁੰਦਾ ਹੈ ਨਾ, ਜੇ ਕੋਈ ਡਰਿੰਕ ਕਰਦਾ ਫੜਿਆ ਜਾਵੇ ਕੁਝ ਵੀ, ਤੇ ਉਹ ਜਾਂ ਇੱਕਦਮ ਤੁਹਾਡਾ ਜਿਹੜਾ ਉਹ ਲਾਇਸੈਂਸ ਸਸਪੈਂਡ ਹੋ ਜਾਂਦਾ। ਸੋ ਅਸੀਂ ਇੱਕ ਉਹਦੇ ਨਾਲ ਜਿਹੜੀ ਬਾਹਰ ਸਰਵਿਸ ਦੇਣੀ ਹੈ, ਸਾਨੂੰ ਐਕਸਟਰਾ ਸਟਾਫ ਦੀ ਲੋੜ
ਲੋੜ ਹੈ ਹਾਂਜੀ ਕਿਉਂਕਿ ਉਹਦੇ ਲਈ ਸਾਨੂੰ ਐਕਸਟਰਾ ਵੇਟਰੈਸ ਚਾਹੀਦੇ, ਬੱਸ ਬੋਏ ਚਾਹੀਦਾ ਤੇ ਉਹ ਸਿਰਫ ਅਸੀਂ ਥੋੜੇ ਜਿਹੇ ਟੇਬਲ ਲੱਗਣ ਦੇ ਕਰਕੇ ਬਾਹਰ ਕਰਕੇ ਅਸੀਂ ਉਹ ਤਾਂ ਕਰਕੇ ਅਸੀਂ ਇਹ ਅਜੇ ਇਹ ਨਹੀਂ ਸੋਚਿਆ। ਅਸੀਂ ਇਹੋ ਹੀ ਵੇਟ ਕਰਦੇ ਹਾਂ ਕਿ ਜਦੋਂ ਖੁੱਲ੍ਹੇਗਾ ਫਿਰ ਅਸੀਂ ਇਨਡੋਰ ਦੀ ਸਰਵਿਸ ਦਿਆਂਗੇ। ਕਈ ਜਗ੍ਹਾ ਦੇ ਉੱਤੇ ਇਹ ਨਹੀਂ ਮੈਨੂੰ ਪਤਾ ਹੋਇਆ ਕਿ ਨਹੀਂ ਹੋਇਆ, ਪਰ ਮੈਂ ਸੁਣ ਚ ਆਇਆ ਕਿ ਕੁਝ ਲੋਕਾਂ ਨੂੰ ਪਰਸੈਂਟੇਜ ਦਿੱਤੀ ਜਾ ਰਹੀ ਹੈ ਕਿ ਕੁਝ ਪਰਸੈਂਟ ਅੰਦਰ ਤੁਸੀਂ ਬਿਠਾ ਸਕਦੇ ਹੋ, 20% 25%, ਕੋਈ ਇਹੋ ਜਿਹਾ ਕਾਨੂੰਨ ਨਹੀਂ ਇਦਾਂ ਦਾ ਕੋਈ ਨਹੀਂ ਹਲੇ ਕੁਛ ਨਹੀਂ ਅਜੇ ਇਦਾਂ ਦਾ ਕੋਈ ਨਹੀਂ ਹੈ। ਗਵਰਨਮੈਂਟ ਨੇ ਠੀਕ ਹੈ ਕਿ ਅਸੀਂ ਥੈਂਕਸ ਕਰਦੇ ਹਾਂ ਵੀ ਜਿਹੜੀ ਗਵਰਨਮੈਂਟ ਹੈ ਇਹ ਕਾਫੀ ਜਿਹੜੀ ਬਿਜ਼ਨਸ ਦੀ ਜਿੰਨੀ ਸਪੋਰਟ ਕਰ ਸਕਦੀ ਹੈ ਇਹ ਕਰ ਰਹੀ ਹੈ, ਕਿਉਂਕਿ ਇਹਦੇ ਵਿੱਚ ਤੁਹਾਨੂੰ ਜਿਹੜੀ ਆ ਵੇਖੋ ਜਿਹੜਾ ਅਨਪਲੋਇਮੈਂਟ ਵੀ ਉਹ ਵੀ ਮਿਲਦੀ ਹੈ। ਬਾਕੀ ਜਿੰਨਾ ਤੁਸੀਂ ਪੇਰੋਲ ਟੈਕਸ ਦਿੰਦੇ ਸੀ, ਪੇਰੋਲ ਪ੍ਰੋਟੈਕਸ਼ਨ ਤੱਕ ਉਹ ਵੀ ਸਪੋਰਟ ਮਿਲੀ ਹੈ। ਬਾਕੀ ਗਵਰਨਮੈਂਟ ਜਿਹੜੀ SBA ਲੋਨ ਹੈ, ਜਿਹੜੇ ਸਮੋਲ ਬਿਜ਼ਨਸ ਨੂੰ ਲੋਨ ਮਿਲਦੇ ਨੇ, ਗਵਰਨਮੈਂਟ ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਜਿੰਨਾ ਕਿਸੇ ਨੂੰ ਕੋਈ ਸਪੋਰਟ ਦੀ ਲੋੜ ਹੈ ਉਹਦੀਆਂ ਜਿਹੜੀਆਂ ਟਰਮਸ ਨੇ ਉਹ ਬੜੀਆਂ ਲੰਮੀਆਂ ਨੇ। ਤੁਸੀਂ 30 ਸਾਲ 'ਚ 40 ਸਾਲ 'ਚ 20 ਸਾਲ ਦੇ ਵਿੱਚ ਉਹ ਲੋਨ ਥੋੜਾ ਕਰਕੇ ਵਾਪਸ ਕਰਨਾ ਹੈ। ਗਵਰਨਮੈਂਟ ਦੀ ਇੱਕ ਬੜੀ ਵੱਡੀ ਸਪੋਰਟ ਹੈ, ਪਰ ਆਪਾਂ ਹੁਣ ਇਹ ਵੀ ਦੇਖਣਾ ਕਿ ਗਵਰਨਮੈਂਟ ਕਿੰਨੀ ਕੁ ਸਪੋਰਟ ਕਰੇਗੀ। ਹੁਣ ਤੁਹਾਨੂੰ ਆਪ ਵੀ ਥੋੜਾ ਬਹੁਤਾ ਸਰਵਾਈਵ ਕਰਨਾ ਸਿੱਖਣਾ ਚਾਹੀਦਾ, ਕਿਉਂਕਿ ਜੇ ਗਵਰਨਮੈਂਟ ਲਗਾਤਾਰ ਸਪੋਰਟ ਕਰਦੀ ਜਾਵੇ, ਅਸੀਂ ਬੰਦ ਕਰਕੇ ਘਰਾਂ 'ਚ ਬੈਠੇ ਅਨਪੜ੍ਹਨ ਲਈ ਜਾਈਏ, ਕੱਲ ਨੂੰ ਜਿਹੜੀ ਅਮਰੀਕਾ ਦੀ ਇਕਨੋਮੀ ਦੇ ਉੱਤੇ ਫਰਕ ਪਏਗਾ। ਕਿਉਂਕਿ ਜਿਹੜੇ ਦੇਸ਼ 'ਚ ਅਸੀਂ ਰਹਿੰਦੇ ਹਾਂ ਸਾਨੂੰ ਉਹਦਾ ਵੀ ਥੋੜਾ ਜਿਹਾ ਜ਼ਰੂਰ ਸੋਚਣਾ ਚਾਹੀਦਾ, ਕਿਉਂਕਿ ਬਹੁਤਾ ਮੈਂ ਦੇਖਦਾ ਕਿ ਅਨਪਲਾਨ ਲੈਣ ਦੇ ਨਾਲ ਜੇ ਹੁਣ 5-6-7 ਮਹੀਨੇ ਤੁਸੀਂ ਵਿਹਲੇ ਬੈਠੇ ਰਹੋ, ਮੁੜ ਕੇ ਬੰਦਿਆਂ ਨੂੰ ਆਦਤ ਪੈ ਜਾਂਦੀ ਕੰਮ ਕਰਨ ਤੋਂ ਬਗੈਰ ਹੀ ਪੈਸੇ ਮਿਲੀ ਜਾਂਦੇ ਨੇ, ਛੱਡੋ ਕੀ ਕੰਮ ਕਰਨਾ। ਇਹ ਗੱਲ ਆਮ ਦੇਖੀ ਗਈ ਹੈ ਕਿ ਕਿਹਾ ਜਾਂਦਾ ਕਿ ਕਾਲੇ ਲੋਕ ਅਫਰੀਕਨ ਅਮਰੀਕਨ ਜਿਹੜੇ ਆ ਉਹਨਾਂ ਨੂੰ ਆਦਤ ਪੈ ਗਈ ਹੈ ਕਿ ਵੈਲਫੇਅਰ ਤੇ ਜੀਣ ਦੀ, ਉਹ ਕੰਮ ਨਹੀਂ ਕਰਦੇ ਇਸ ਕਰਕੇ। ਹਾਂ, ਮੈਂ ਨਹੀਂ ਚਾਹੁੰਦਾ ਕਿ ਸਾਡੀ ਕਮਿਊਨਿਟੀ ਦਾ ਹਮੇਸ਼ਾ ਇਹ ਨਾਂ ਆਉਂਦਾ ਕਿ ਅਸੀਂ ਹਾਰਡ ਵਰਕਰ, ਅਸੀਂ ਜਿੱਥੇ ਜਾਂਦੇ ਆ ਅਸੀਂ ਬਹੁਤ ਰੱਜ ਕੇ ਮਿਹਨਤ ਕਰਦੇ ਆ, ਅਸੀਂ ਉੱਦਾਂ ਦੇ ਬਣੇ ਰਹੀਏ। ਅਸੀਂ ਕਦੇ ਵੀ ਪਹਿਲੀ ਗੱਲ ਆਪਣੀ ਐਵਰੇਜ ਦੇਖੋ, ਅਸੀਂ ਕਦੇ ਵੈਲਫੇਅਰ ਨਹੀਂ ਲੈਂਦੇ ਹੈ ਨਾ, ਅਸੀਂ ਕਦੇ ਆਪਣੀ ਬੜੀ ਘੱਟ ਐਵਰੇਜ ਹੈ ਜਿਹੜੀ ਵੈਲਫੇਅਰ ਲੈਂਦੇ ਆ। ਅਸੀਂ ਹਮੇਸ਼ਾ ਆਪਣਾ ਕੰਮ ਕਰਕੇ ਜਿਹੜਾ ਕਿੱਤਾ ਕਰਕੇ ਆਪਾਂ ਰੋਟੀ ਖਾਂਦੇ ਆ। ਅੱਜ ਅਨਪਲੋਇਮੈਂਟ ਗਵਰਨਮੈਂਟ ਨੇ ਬੜੀ ਸਪੋਰਟ ਕੀਤੀ ਹੈ। ਇਹ ਠੀਕ ਹੈ ਕਿ ਚਲੋ ਜਿਹੜਾ ਲੋਨ ਹੈ ਹੌਲੀ ਵਾਪਸ ਕਰਨਾ, ਪਰ ਉਹਨਾਂ ਨੇ ਤੁਹਾਨੂੰ ਸਟੈਂਡ ਹੋਣ ਦੇ ਲਈ ਚਾਂਸ ਤੇ ਦਿੱਤਾ ਨਾ। ਦਿੱਤਾ ਜੇ ਅਸੀਂ ਇੱਕ ਗੱਲ ਕਰੀਏ ਗਿਣਤੀ ਦੀ, ਤੇ ਕੀ ਤੁਹਾਨੂੰ ਵੀ ਕੁਝ ਮੁਲਾਜ਼ਮ ਜਾਂ ਵਰਕਰ ਫਾਇਰ ਕਰਨੇ ਪਏ ਜਾਂ ਫਰਲੋ ਕਰਨੇ ਪਏ ਵੀ ਭਾਈ ਤੂੰ ਥੋੜੇ ਦਿਨ ਅਜੇ ਸਾਡਾ ਕੰਮ ਨਹੀਂ ਚੱਲਦਾ, ਤੂੰ ਥੋੜੇ ਦਿਨ ਘਰ ਆਰਾਮ ਕਰ ਲਾ, ਅਨਪਲੋਇਮੈਂਟ ਲੈ ਲਾ, ਇਹ ਵੀ ਤੁਹਾਨੂੰ ਕਰਨਾ ਪਿਆ? ਇਹ ਮੈਨੂੰ ਫਾਇਰ ਸ਼ਬਦ ਜਿਹੜਾ ਬੜਾ ਹੋਰ ਤਰ੍ਹਾਂ ਲੱਗਦਾ ਹੋਵੇ, ਨਹੀਂ ਜਿਸ ਤਰ੍ਹਾਂ ਪਰ ਸਾਨੂੰ ਥੋੜੇ ਦਿਨ ਵੀ ਨਹੀਂ, ਪਰ ਸਾਨੂੰ ਇਹ ਕਰਨਾ ਪਿਆ, ਸਾਨੂੰ ਇਹ ਰਿਕੁਐਸਟ ਕਰਨੀ ਪਈ ਹੈ, ਕਿਉਂਕਿ ਹੁਣ ਜਦੋਂ ਇੱਥੇ ਕੰਮ ਨਹੀਂ ਸੀ ਹੈਗਾ ਹੈ ਨਾ, ਹੁਣ ਜਦੋਂ ਕੰਮ ਨਹੀਂ ਹੈ ਤੇ ਫਿਰ ਤੁਸੀਂ ਉਹਨਾਂ ਨੂੰ ਪੇ ਕਿੱਥੋਂ ਕਰਨਾ। ਫਿਰ ਅਸੀਂ ਉਹਨਾਂ ਨੂੰ ਇਹੋ ਕਿਹਾ ਵੀ ਜਿੰਨਾ ਚਿਰ ਕੰਮ ਨਹੀਂ ਚੱਲਦਾ ਅਸੀਂ ਇਸ ਟਾਈਮ ਇੱਥੇ ਮਿਨੀਮਮ ਜਿਹੜਾ ਸਟਾਫ ਉਹ ਰੱਖਿਆ, ਕਿਉਂਕਿ ਜ਼ਿਆਦਾ ਸਟਾਫ ਅਫੋਰਡ ਨਹੀਂ ਕਰ ਸਕਦੇ, ਸੋ ਮਿਨੀਮਮ ਸਟਾਫ ਰੱਖ ਕੇ ਉਹ ਆਪਾਂ ਕੰਮ ਕਰ ਰਹੇ ਹਾਂ ਸਾਰਾ। ਤਾਂ ਸਾਨੂੰ ਕਾਫੀ ਜਿਹੜੇ ਉਹਨਾਂ ਨੂੰ ਘਰੇ ਬਿਠਾਉਣਾ ਪਿਆ ਵਿਚਾਰਿਆਂ ਨੂੰ। ਕੀ ਕੀਤਾ ਜਾਵੇ, ਉਹਦਾ ਹੱਲ ਕੋਈ ਨਹੀਂ। ਉਹਦਾ ਹੱਲ ਅਗਰ ਜੇ ਆਪਾਂ ਲਾਈਏ ਕਿ ਤੁਹਾਡਾ ਬਿਜ਼ਨਸ ਮੰਨ ਲਓ ਕਿ ਜਨਵਰੀ ਜਾਂ ਦਸੰਬਰ ਦੇ ਵਿੱਚ 100% ਸੀ, ਤੇ ਹੁਣ ਜੇ ਅਸੀਂ ਪਰਸੈਂਟੇਜ ਲਾਈਏ ਕਿੰਨੇ ਪਰਸੈਂਟ ਬਿਜ਼ਨਸ ਰਹਿ ਗਿਆ? ਹੁਣ ਤੇ ਸਿਰਫ ਉਹ ਤੁਹਾਨੂੰ ਦੱਸਿਆ ਜਿੱਦਾਂ ਕਿ ਕੈਟਰਿੰਗ ਦੇ ਡਿਲੀਵਰੀ ਦਾ ਉਹੀ ਬਿਜ਼ਨਸ ਹੈ। ਹੁਣ ਸਾਡਾ ਬਿਜ਼ਨਸ ਕਲੋਜ਼ ਟੂ 35% ਰਹਿ ਗਿਆ। ਕਿ ਤੀਜਾ ਹਿੱਸਾ ਬਿਜ਼ਨਸ ਤੀਜਾ ਹਿੱਸਾ ਬਿਜ਼ਨਸ ਰਹਿ ਗਿਆ। ਕੀ ਸਰਕਾਰ ਨੇ ਤੁਹਾਨੂੰ ਕੋਈ, ਜਿਸ ਤਰ੍ਹਾਂ ਬੜਾ ਰੌਲਾ ਪੈ ਰਿਹਾ ਕਿ ਸਮਾਲ ਬਿਜ਼ਨਸ ਦਾ ਲੋਨ ਦਿੱਤੇ ਆ ਜਾਂ ਕੋਈ ਹੋਰ ਕੀ ਸਹਾਇਤਾ ਤੁਹਾਨੂੰ ਸਰਕਾਰ ਵੱਲੋਂ ਔਨ ਦੀ ਗਰਾਊਂਡ ਜਿਹੜੀਆਂ ਮਿਲੀਆਂ? ਉਹ ਨਹੀਂ ਕਿ ਸਰਕਾਰ ਨੇ ਕਹਿਤਾ ਹਾਂਜੀ ਕਰਾਂਗੇ, ਪਰ ਔਨ ਦੀ ਗਰਾਊਂਡ ਤੁਹਾਨੂੰ ਕੀ ਮਿਲਿਆ? ਔਨ ਦੀ ਗਰਾਊਂਡ ਦੇਖੋ ਜੀ, ਜਿੰਨਾ ਤੁਸੀਂ ਪੇਰੋਲ ਪੇ ਕਰਦੇ ਸੀ ਹੈ ਨਾ, ਜਿੰਨਾ ਤੁਸੀਂ ਪੇਰੋਲ ਉਹਨਾਂ ਨੇ ਜਿਹੜਾ ਪੇਰੋਲ ਦੇ ਹਿਸਾਬ ਨਾਲ ਤੁਹਾਡੀ ਉਹਨਾਂ ਨੇ ਸਪੋਰਟ ਕੀਤੀ। ਨੰਬਰ 2, ਜਿੱਦਾਂ ਮੈਂ ਤੁਹਾਨੂੰ ਹੁਣੇ ਪਹਿਲਾਂ ਦੱਸਿਆ ਸੀ, ਇੱਕ SBA ਲੋਨ ਹੈ। SBA ਲੋਨ ਲੌਂਗ ਟਰਮਸ ਲੋਨ ਹੈ, ਉਹਦੇ ਵਿੱਚ ਤੁਹਾਨੂੰ 30-40 ਸਾਲ ਦਾ ਸਮਾਂ ਦਿੰਦੇ ਨੇ ਕਿ ਹੌਲੀ ਕਰਕੇ ਤੁਸੀਂ ਵਾਪਸ ਕਰਨਾ। ਉਹ ਲੋਨ ਜਿਹੜਾ ਉਹ ਗਵਰਨਮੈਂਟ ਜਿਹੜੀ ਕਾਫੀ ਸਪੋਰਟ ਕਰ ਰਹੀ, ਉਹ ਲੋਨ ਵੀ ਦੇ ਰਹੀ ਬਿਜ਼ਨਸ ਨੂੰ ਸਰਵਾਈਵ ਕਰਨ ਲਈ। ਬਾਕੀ ਉਹਨਾਂ ਨੇ ਕੁਝ ਮਹੀਨੇ ਦੀ SBA ਲੋਨ ਦਾ ਬੜਾ ਰੌਲਾ ਪਿਆ ਸੀ ਕਿ ਵੱਡੇ ਮਗਰਮੱਛ ਲੈ ਗਏ ਤੇ ਜਿਹੜੇ ਛੋਟੇ ਰਹਿ ਗਏ, ਗਰੀਬ ਜਿਹੜਾ ਦਾ ਅਸਲ ਔਨ ਦੀ ਗਰਾਊਂਡ ਬਿਜ਼ਨਸ ਸੀ ਉਹ ਰਹਿ ਗਿਆ ਕਿ ਪੈਸਾ ਮੁੱਕ ਗਿਆ। ਕੀ ਤੁਹਾਨੂੰ ਮਿਲਿਆ ਹੈ ਕਿ ਨਹੀਂ? ਸਾਨੂੰ ਵਾਅਦਾ ਹੀ ਹੋਇਆ ਕਿ ਦਿੱਤਾ ਜਾਊਗਾ? ਨਹੀਂ, ਸਾਨੂੰ ਅਜੇ ਤੱਕ ਮਿਲਿਆ ਨਹੀਂ ਉਹਦਾ। ਅਜੇ ਤੱਕ ਸਾਨੂੰ ਮਿਲਿਆ ਨਹੀਂ। ਅਸੀਂ ਸਪਲਾਈ ਕੀਤਾ, ਅਸੀਂ ਆਲਰੇਡੀ ਅਪਲਾਈ ਕੀਤਾ, ਪਰ ਇਹਦੇ ਵਿੱਚ ਇਹ ਜ਼ਰੂਰ ਹੈ ਕਿ ਜਿਹੜੇ ਵੱਡੇ ਬਿਜ਼ਨਸ ਸੀ, ਇਹ ਤੁਹਾਡੀ ਗੱਲ ਨਾਲ ਮੈਂ ਕਾਫੀ ਸਹਿਮਤ ਹਾਂ ਕਿ ਵੱਡੇ ਜਿਹੜੇ ਬਿਜ਼ਨਸ ਸੀ ਉਹਨਾਂ ਦਾ ਜਿਹੜਾ ਤਰੀਕਾ ਹੁੰਦਾ ਜਾਂ ਉਹਨਾਂ ਦੇ ਕੋਲ ਵਕੀਲਾਂ ਦੀ ਟੀਮ ਹੁੰਦੀ ਹੈ, ਉਹਨਾਂ ਦੇ ਕੋਲ ਪਰਸਨਲ ਆਪਣੇ ਉਹਨਾਂ ਕੋਲ ਅਕਾਊਂਟੈਂਟ ਹੁੰਦੇ, ਉਹਨਾਂ ਨੂੰ ਜਦੋਂ ਕੋਈ ਵੀ ਗਵਰਨਮੈਂਟ ਦੀ ਪਾਲਿਸੀ ਹੁੰਦੀ ਹੈ ਉਹ ਉਦੋਂ ਹੀ ਉਹ ਜਿਹੜਾ ਅਪਲਾਈ
ਕਰ ਦਿੰਦੇ, ਜਦੋਂ ਤੱਕ ਸਾਨੂੰ ਪਤਾ ਲੱਗਦਾ ਉਦੋਂ ਤੱਕ ਉਹ ਲੈ ਜਾਂਦੇ। ਹਾਂ ਇਹ ਜ਼ਰੂਰ ਹੈ ਕਿ ਵੱਡੇ ਜਿਹੜੇ ਕਾਫੀ ਲੈ ਗਏ ਨੇ, ਕਿਉਂਕਿ ਜਦੋਂ ਵੱਡੇ ਹੋਟਲ ਜਾਂ ਜਿਹੜੇ ਵੱਡੇ ਬਿਜ਼ਨਸ ਨੇ ਉਹ ਜਿਹੜੇ ਮਿਲੀਅਨ ਬਿਲੀਅਨਸ ਦਾ ਰੈਵਨਿਊ ਜਿਹਨਾਂ ਦਾ ਜਦੋਂ ਉਹਨਾਂ ਨੂੰ ਮਿਲੇਗਾ ਤਾਂ ਜਿਹੜਾ ਗਵਰਨਮੈਂਟ ਦਾ ਬਜਟ ਹੁੰਦਾ ਉਹਦਾ ਫਰਕ ਤੇ ਪੈਣਾ ਹੀ ਹੈ। ਬਿਲਕੁਲ ਬਿਲਕੁਲ ਬਿਲਕੁਲ, ਇਹ ਗੱਲ ਤਾਂ ਹੈ, ਪਰ ਉਮੀਦ ਕੀਤੀ ਜਾਂਦੀ ਹੈ ਕਿ ਛੋਟੇ ਬਿਜ਼ਨਸਾਂ ਨੂੰ ਵੀ ਸਰਕਾਰ ਕੋਈ ਮਦਦ ਜ਼ਰੂਰ ਕਰੇਗੀ। ਦਰਸ਼ਕੋ, ਬਾਜਵਾ ਸਾਹਿਬ ਸਾਡੇ ਨਾਲ ਬਣੇ ਹੋਏ ਨੇ, ਇਹਨਾਂ ਦਾ ਇਹ ਬਿਜ਼ਨਸ ਚਾਹੇ ਫਿਲਹਾਲ ਮੁਸੀਬਤ ਦੇ ਵਿੱਚ ਹੈ ਪਰ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਹਨਾਂ ਦਾ ਜੋ ਸ਼ੌਂਕ ਹੈ ਪੰਜਾਬੀ ਗਾਇਕਾਂ ਨੂੰ ਇੱਥੇ ਲਿਆ ਕੇ ਲੋਕਾਂ ਦੇ ਰੂਬਰੂ ਕਰਾਉਣ ਦਾ, ਜਾਂ ਇਹ ਕਹਿ ਲਓ ਕਿ ਸ਼ੋਅ ਕਰਾਉਣ ਦਾ, ਜੋ ਵੀ ਤੁਸੀਂ ਕਹਿਣਾ ਚਾਹੋ ਕਹਿ ਸਕਦੇ ਹੋ, ਉਹ ਅਜੇ ਵੀ ਬਰਕਰਾਰ ਹੈ। ਪਰ ਕਰੋਨਾ ਵਾਇਰਸ ਦੀ ਸਭ ਤੋਂ ਜ਼ਿਆਦਾ ਮਾਰ ਜੇ ਪਈ ਹੈ ਤਾਂ ਐਂਟਰਟੇਨਮੈਂਟ ਇੰਡਸਟਰੀ ਨੂੰ ਵੀ ਪਈ ਹੈ। ਉਹਦੇ ਵਿੱਚ ਵੀ ਅਸੀਂ ਇਹਨਾਂ ਨਾਲ ਗੱਲ ਕਰਾਂਗੇ, ਪਰੰਤੂ ਇੱਕ ਬ੍ਰੇਕ ਤੋਂ ਬਾਅਦ। ਇੱਥੇ ਬਣੇ ਰਹਿਣਾ, ਹੁਣੇ ਵਾਪਸ ਆ ਰਹੇ ਹਾਂ। ਅੱਜ ਦੇ ਪ੍ਰੋਗਰਾਮ 'ਚ ਵਾਪਸ ਤੁਹਾਡਾ ਸਵਾਗਤ ਹੈ। ਅਸੀਂ ਅੱਜ ਬਲਵਿੰਦਰ ਸਿੰਘ ਜੀ ਬਾਜਵਾ ਦੇ ਕੋਲ ਆਏ ਹੋਏ ਹਾਂ। ਇਹਨਾਂ ਦੇ ਬਿਜ਼ਨਸ ਦੇ ਵਿੱਚ ਹੁਣੇ ਅਸੀਂ ਇਹਨਾਂ ਦੇ ਬਿਜ਼ਨਸ ਦੇ ਉੱਤੇ ਕੀ ਪ੍ਰੋਬਲਮਾਂ ਆਈਆਂ, ਕਿੱਦਾਂ ਇਹ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਸਰਕਾਰ ਵੱਲੋਂ ਕੀ ਸਹਾਇਤਾ ਹੋ ਰਹੀ ਹੈ, ਉਹਦੇ ਬਾਰੇ ਗੱਲ ਕੀਤੀ। ਪਰ ਹੁਣ ਅਸੀਂ ਇਹਨਾਂ ਦੇ ਨਾਲ ਇੱਕ ਗੱਲ ਜੋ ਕਰਨੀ ਚਾਹ ਰਹੇ ਹਾਂ ਉਹ ਹੈ ਸਾਡੇ ਪੰਜਾਬੀ ਸੱਭਿਆਚਾਰ ਦੇ ਬਾਰੇ। ਸਾਡਾ ਪੰਜਾਬੀ ਸੱਭਿਆਚਾਰ ਗੀਤਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਗੀਤਾਂ 'ਤੇ ਹੀ ਤਕਰੀਬਨ ਖਤਮ ਹੋ ਜਾਂਦਾ ਹੈ, ਕਿਉਂਕਿ ਗੀਤ ਦੇ ਨਾਲ ਇਹ ਭੰਗੜਾ ਸਭ ਕੁਝ ਵਿੱਚੇ ਸਭ ਕੁਝ ਆ ਜਾਂਦਾ ਹੈ। ਬਾਜਵਾ ਜੀ, ਤੁਹਾਨੂੰ ਇਹ ਜੋ ਸ਼ੌਂਕ ਸੀ ਕਹਿ ਲਓ, ਜਾਂ ਬਿਜ਼ਨਸ ਵੀ ਹੋ ਸਕਦਾ ਹੈ ਪਰ ਇੰਨਾ ਬਿਜ਼ਨਸ ਹੈ ਨਹੀਂ ਇਸ ਚੱਕਰ ਦੇ ਵਿੱਚ, ਇਹ ਕਦੋਂ ਤੋਂ ਸ਼ੁਰੂ ਹੋਇਆ ਤੇ ਇਹ ਜਿਹੜਾ ਸ਼ੋਅ ਕਰਾਉਣ ਦਾ ਬਿਜ਼ਨਸ ਹੈ ਕਦੋਂ ਤੋਂ ਤੁਸੀਂ ਸ਼ੁਰੂ ਕੀਤਾ ਸੀ? ਸ਼ੌਂਕ ਨਹੀਂ, ਮੈਂ ਜਿੱਦਾਂ ਪਹਿਲਾਂ ਵੀ ਮੈਂ ਇੱਕ ਦੋ ਇੰਟਰਵਿਊ 'ਚ ਦੱਸਿਆ ਕਿ ਮੈਂ ਬਚਪਨ ਦੇ ਵਿੱਚ ਜਦੋਂ ਸਕੂਲ ਪੜ੍ਹਦੇ ਹੁੰਦੇ ਸੀ, ਉਦੋਂ ਮੈਂ ਖਾਲਸਾ ਸਕੂਲ 'ਚ ਪੜ੍ਹਦਾ ਸੀ, ਹੈ ਨਾ। ਉੱਥੇ ਗੁਰਬਾਣੀ ਦੇ ਵਿੱਚ ਜਿੱਦਾਂ ਸਕੂਲ ਦੇ ਅੱਗੇ ਸ਼ਬਦ ਪੜ੍ਹਨਾ ਸਾਰੀ ਕਲਾਸ ਦੇ ਅੱਗੇ, ਫਿਰ ਅਰਦਾਸ ਕਰਨੀ। ਮੈਂ ਕਿਹਾ 9ਵੀਂ ਜਮਾਤ ਸੀ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠਣ ਲੱਗ ਪਿਆ ਸੀ। ਉਸ ਤੋਂ ਬਾਅਦ ਇੱਕ ਮੈਂ ਉੱਥੇ 1984 ਤੋਂ ਬਾਅਦ ਸਭ ਤੋਂ ਪਹਿਲਾਂ ਕੀਰਤਨ ਦਰਬਾਰ ਕਰਾਇਆ ਸੀ, ਜਦੋਂ ਕੀਰਤਨ ਦਰਬਾਰ ਨਹੀਂ ਸੀ ਹੁੰਦੇ, ਜਦੋਂ ਹਰਿਮੰਦਰ ਸਾਹਿਬ ਦੇ ਅਟੈਕ ਹੋਏ, ਸਰਕਾਰ ਨੇ ਬੈਨ ਕੀਤੇ ਸੀ। ਉਦੋਂ ਸਭ ਤੋਂ ਪਹਿਲਾਂ ਮੈਂ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ, ਇੱਕ ਬੜਾ ਪਰਮਾਤਮਾ ਦੀ ਕਿਰਪਾ ਨਾਲ ਇੱਕ ਕੀਰਤਨ ਦਰਬਾਰ ਕਰਾਇਆ ਸੀ। ਉਹ ਅਸੀਂ ਇੱਕ ਆਪਣੀ ਜਥੇਬੰਦੀ ਵੱਲੋਂ ਕਰਾਇਆ ਸੀ, ਜਦੋਂ ਕਿ ਬਿਲਕੁਲ ਕਰਾਉਣ ਦੀ ਮਨਾਹੀ ਸੀ। ਉਹ ਮੇਰਾ ਜ਼ਿੰਦਗੀ ਦਾ ਸਭ ਤੋਂ ਪਹਿਲਾਂ ਇੱਕ ਪ੍ਰੋਗਰਾਮ ਸੀ। ਉਸ ਤੋਂ ਬਾਅਦ ਇੱਥੇ ਆ ਕੇ ਜਿੱਦਾਂ ਰੈਗੂਲਰ ਆਪਾਂ ਜ਼ਿੰਦਗੀ ਦੇ ਕੰਮ ਕਰਦੇ ਨੇ, ਮਿਹਨਤ ਕਰਕੇ ਕਰਦੇ ਸੀ। ਟੈਕਸੀ ਚਲਾਉਂਦੇ ਸੀ, ਚਲਾਉਂਦੇ ਐਡ ਦੇਖੀ, ਉਹ 'ਚ ਲਿਖਿਆ ਸੀ ਸ਼ੋਅ ਆ ਰਿਹਾ ਕੋਈ। ਮੈਂ ਪ੍ਰਮੋਟਰ ਨਾਲ ਗੱਲ ਕਰਕੇ ਸ਼ੋਅ ਬਾਏ ਕਰ ਲਿਆ, ਸ਼ੋਅ ਕਰਾਇਆ। ਸ਼ੋਅ ਜਿਹੜਾ ਪਹਿਲਾ ਸੀ ਸਿਟੀ ਦੇ ਵਿੱਚ ਰੱਖਿਆ ਸ਼ੋਅ, ਮਤਲਬ ਪਹਿਲਾ ਸ਼ੋਅ ਸੀ ਜਿਹੜਾ ਬੜਾ ਕਾਮਯਾਬ ਹੋ ਗਿਆ। ਤੇ ਉਸ ਤੋਂ ਬਾਅਦ ਜਿੱਦਾਂ ਨਾਲ ਕੰਮ ਕਰੀ ਜਾਣਾ ਤੇ ਨਾਲ ਫਿਰ ਸ਼ੋਅ ਕਰਾਉਣੇ ਸ਼ੁਰੂ ਕਰ ਦਿੱਤੇ। ਇਹ ਕਿਹੜੇ ਸਨ 'ਚ ਸ਼ੋਅ ਤੁਸੀਂ ਸ਼ੁਰੂ ਕੀਤੇ ਤੇ ਹੁਣ ਤੱਕ ਕਿੰਨੇ ਸ਼ੋਅ ਕਰਾ ਚੁੱਕੇ ਹੋ? ਮੈਂ ਕਿਹਾ 1992-93 ਦੀ ਗੱਲ ਹੈ। ਸਭ ਤੋਂ ਪਹਿਲਾ ਸ਼ੋਅ ਮੈਂ ਨਿਊਯਾਰਕ ਸਿਟੀ ਦੇ ਵਿੱਚ ਟਾਊਨ ਹਾਲ ਉੱਥੇ ਕਰਾਇਆ ਸੀ। ਉਹਦੇ ਵਿੱਚ ਸਰਸੂਰ ਸਿਕੰਦਰ, ਅਮਰ ਨੂਰੀ, ਭਜਨ ਅਮਲੀ, ਇਹਨਾਂ ਦਾ ਸ਼ੋਅ ਸੀ। ਹੁਣ ਤੱਕ ਕੋਈ 500-600 ਦੇ ਕਰੀਬ ਤੇ ਹੋਣੇ ਹੀ ਹੈ ਘੱਟੋ ਘੱਟ, ਕਿਉਂਕਿ ਹਰ ਸਾਲ ਜਦੋਂ ਅਸੀਂ ਵਿਸਾਖੀ ਮੇਲਾ ਲੈ ਕੇ ਆਉਂਦੇ ਸੀ, ਜਦੋਂ ਕੈਨੇਡਾ ਅਮਰੀਕਾ 'ਚ ਕਰਾਉਂਦੇ ਸੀ, ਇੱਕੋ ਟ੍ਰਿਪ ਦੇ ਵਿੱਚ 40-40, 35-35 ਸ਼ੋਅ ਹੋ ਜਾਂਦੇ ਸੀ। ਇਹ ਜਿਹੜੇ ਸ਼ੋਅ ਤੁਸੀਂ ਕਰਾਏ ਆ, ਮਤਲਬ ਕਿ ਕਿੱਥੇ ਸ਼ੋਅ ਕਰਵਾ ਚੁੱਕੇ ਹੋ? ਨਾਰਥ ਅਮਰੀਕਾ ਜਾਂ ਕਿਹੜੀ ਜਗ੍ਹਾ ਦੇ ਉੱਤੇ ਸ਼ੋਅ ਤੁਸੀਂ ਕਰਵਾ ਚੁੱਕੇ ਹੋ? ਸ਼ੋਅ ਯੂਰਪ 'ਚ, ਇਸ ਤੋਂ ਬੜਾ ਅਮਰੀਕਾ ਦਾ ਹਰ ਇੱਕ ਸ਼ਹਿਰ, ਮੈਂ ਹੁਣ ਕਿਹਦਾ ਨਾਂ ਲਵਾਂ, ਨਿਊਯਾਰਕ, ਲਾਸ ਐਂਜਲਸ, ਸਿਆਟਲ, ਹੂਸਟਨ, ਡੈਲਸ, ਸ਼ਿਕਾਗੋ, ਮਿਲਵਾਕੀ, ਕਲੀਵਲੈਂਡ, ਓਹਾਇਓ, ਮਤਲਬ ਕੋਈ ਸ਼ਹਿਰ ਕੋਈ ਇਦਾਂ ਦਾ ਸ਼ਹਿਰ ਨਹੀਂ ਜਿੱਥੇ ਕੋਈ ਪੰਜਾਬੀ ਰਹਿੰਦੇ ਹੋਣ ਤੇ ਉੱਥੇ ਸ਼ੋਅ ਨਾ ਕਰਾਇਆ ਹੋਵੇ। ਕੈਨੇਡਾ ਦੇ ਵਿੱਚ ਵੀ ਟੋਰਾਂਟੋ, ਵੈਨਕੂਵਰ, ਵਿਨੀਪੈਗ, ਐਡਮੰਟਨ, ਕੈਲਗਰੀ, ਓਟਵਾ, ਮਤਲਬ ਹਰ ਜਗ੍ਹਾ ਜਿੱਥੇ ਜਿੱਥੇ ਆਪਣੇ ਕੋਈ ਪੰਜਾਬੀ ਵਸਦੇ, ਜਦੋਂ ਅਸੀਂ ਸ਼ੋਅ ਲੈ ਕੇ ਆ ਜਾਂਦੇ ਸੀ ਫਿਰ ਉਹ ਐਡ ਹੁੰਦੀ ਸੀ। ਜਿੱਥੇ ਜਿੱਥੇ ਸਾਨੂੰ ਕੋਈ ਸੰਪਰਕ ਕਰਦਾ ਸੀ, ਅਸੀਂ ਸਾਡੀ ਫੇਰੀ ਹੁੰਦੀ ਸੀ 2.5-3 ਮਹੀਨੇ ਦੀ, ਅੱਜ ਕਿਤੇ, ਕੱਲ ਕਿਤੇ, ਕੱਲ ਕਿਤੇ, ਇੱਦਾਂ ਗੇੜੇ ਗੂੜੇ ਮਾਰਦੇ ਹਰ ਸ਼ਹਿਰ ਦੇ ਵਿੱਚ ਫਿਰ ਸ਼ੋਅ ਕਰਾਉਣ ਜਾਂਦੇ ਸੀ। ਤੇ ਕੋਈ ਇਹੋ ਜਿਹਾ ਵੀ ਸਿੰਗਰ ਜਾਂ ਆਰਟਿਸਟ ਹੈ ਜਿਹੜਾ ਰਹਿ ਗਿਆ ਤੁਹਾਡੇ ਸ਼ੋਅ ਦੇ ਵਿੱਚ ਆਉਣ ਤੋਂ? ਆਲਮੋਸਟ ਸਾਰੇ ਸਿੰਗਰਸ ਦੇ ਸ਼ੋਅ ਹੋ ਗਏ ਹੋਣੇ। ਆਲਮੋਸਟ ਕੋਈ ਭਾਵੇਂ ਕੋਈ ਰਹਿ ਗਿਆ। ਹੁਣ ਮੈਂ ਸਾਰਿਆਂ ਦੇ ਹੁਣ ਨਾਂ ਨਹੀਂ, ਜੇ ਨਾਂ ਲਵਾਂਗਾ ਤੇ ਤੁਹਾਡਾ ਟਾਈਮ ਜਿਹੜਾ ਨਾਂ ਹੋ ਸਕਦਾ ਕੋਈ ਨਵਾਂ ਸ਼ੁਰੂ ਹੋਇਆ ਹੋਵੇ ਤੇ ਉਹ ਰਹਿ ਵੀ ਗਿਆ ਹੋਵੇ, ਕਿਉਂਕਿ ਹੁਣ ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕਰੋਨਾ ਵਾਇਰਸ ਨੇ ਸਾਰਿਆਂ ਨੂੰ ਮਾਰ ਤਾਂ ਮਾਰੀ ਹੈ, ਪਰ ਮੇਰੇ ਖਿਆਲ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਤਕਲੀਫ 'ਚ ਆਏ ਆ ਉਹ ਸਜਿੰਦੇ ਆ।
ਸਾਰੇ ਕਿਉਂਕਿ ਸਿੰਗਰਾਂ ਨੂੰ ਵੀ ਰਾਇਲਟੀ ਕਿਤੇ ਨਾ ਕਿਤੋਂ ਆ ਰਹੀ ਹੈ, ਪਰ ਜਿਹੜੇ ਸਾਜ਼ ਵਜਾਉਣ ਵਾਲੇ ਆ ਉਹਨਾਂ ਦੀ ਪਤਾ ਨਹੀਂ ਕੋਈ ਬਾਂਹ ਫੜਦਾ ਕਿ ਨਹੀਂ ਫੜਦਾ। ਤੁਸੀਂ ਕੁਝ ਇਹਦੇ ਬਾਰੇ ਚਿੰਤਨ ਕੀਤਾ ਹੋ? ਬਿਲਕੁਲ ਜੀ, ਇਸ ਟਾਈਮ ਜਿੱਥੇ ਸਾਰੀ ਦੁਨੀਆ ਨੂੰ ਇਹ ਨਹੀਂ ਕਿ ਇਹਨਾਂ ਨੂੰ ਸਭ ਤੋਂ ਵੱਧ ਹੈ, ਸਾਰਿਆਂ ਨੂੰ ਮਾਰ ਬੜੀ ਵੱਡੀ ਪਈ ਹੈ। ਖਾਸ ਕਰਕੇ ਜਿੰਨੇ ਵੱਡੇ ਬਿਜ਼ਨਸਮੈਨ ਸੀ ਨਾ ਉਹਨਾਂ ਨੂੰ ਉਸ ਤੋਂ ਵੀ ਵੱਧ ਮਾਰ ਪਈ ਹੈ। ਇਹਦੇ ਵਿੱਚ ਇਹ ਕਿ ਜਿਹੜੇ ਆਰਟਿਸਟ ਥੋੜੇ ਬਹੁਤੇ ਫਾਈਨੈਂਸ਼ੀਅਲੀ ਜਿਹੜੇ ਨਾ ਠੀਕ ਹੁੰਦੇ ਆ, ਪਹਿਲਾਂ ਹੀ ਹੁੰਦੇ ਉਹ ਜਿਹੜੇ ਆਰਟਿਸਟ ਹੁੰਦੇ ਜੇ ਉਹਨਾਂ ਨੇ ਆਪਣੇ ਖਰਚੇ ਨਾ ਵਧਾਏ ਹੋਣ। ਜੇ ਹੁਣ ਕੋਈ ਮਹੀਨੇ ਦੇ 10 ਪ੍ਰੋਗਰਾਮ ਲਾ ਕੇ 15 ਲੱਖ ਰੁਪਏ ਵੀ ਕਮਾਉਂਦਾ, ਜੋ ਕਿ 10 ਕਰੋੜ ਦੀ ਕੋਠੀ ਲੈ ਕੇ ਤੇ ਮੈਂ ਹਰ ਸਾਲ ਉਹਦੀ 5 ਲੱਖ ਕਿਸ਼ਤ ਦੇਣੀ ਹੈ, ਇੱਕ ਗੱਡੀ ਵੀ ਰੱਖਣੀ ਉਹਦੀ ਵੀ ਕਿਸ਼ਤ ਦੇਣੀ ਹੈ, ਜੇ ਉਹਨਾਂ ਨੇ ਆਪਣੇ ਖਰਚੇ ਇਦਾਂ ਦੇ ਵਧਾਏ ਹੋਣ ਉਹ ਤੇ ਆਪਣੀ ਉਹਨਾਂ ਦੀ ਫਿਰ ਉਹਨਾਂ ਦੀ ਆਪਣੀ ਪ੍ਰੋਬਲਮ ਹੈ। ਪਰ ਉੱਦਾਂ ਜੇ ਆਰਟਿਸਟ ਵਧੀਆ ਜਿਹੜੇ ਭਾਵੇਂ ਥੋੜੇ ਪ੍ਰੋਗਰਾਮ ਵੀ ਲਾਉਂਦੇ ਸੀ ਫਿਰ ਵੀ ਵਧੀਆ ਪੈਸੇ ਕਮਾਉਂਦੇ ਸੀ, ਉਹਨਾਂ ਦੇ ਕੋਲ ਆਪਣਾ ਫਾਈਨੈਂਸ਼ੀਅਲ ਜ਼ਰੂਰ ਹੈ। ਜਿਹੜੇ ਮਜੀਸ਼ੀਅਨ ਸੀ ਇਹਨਾਂ ਦਾ ਜਿਹੜਾ ਸੀ ਬਹੁਤ ਔਖਾ ਕੰਮ, ਕਿਉਂਕਿ ਇਹਨਾਂ ਨੂੰ ਤੇ ਜਿਹੜੀ ਦਿਹਾੜੀ ਵਿਚਾਰਿਆਂ ਨੂੰ ਮਿਲਦੀ ਸੀ ਉਹਦੇ ਉੱਤੇ ਹੀ ਸਰਵਾਈਵ ਕਰਦੇ ਸੀ। ਇਹਨਾਂ ਅੱਜ ਸਭ ਤੋਂ ਜ਼ਿਆਦਾ ਜਿਹੜੀ ਇਹ ਮੈਂ ਦੇਖਿਆ ਕਿ ਕਾਫੀ ਮਜੀਸ਼ੀਅਨਾਂ ਦੀ ਜਿੰਨਿਆਂ ਨੂੰ ਮੈਂ ਕੁਛ ਨੂੰ ਜਾਣਦਾ ਸੀ, ਆਪਾਂ ਆਪਣੇ ਤੌਰ ਤੇ ਵੀ ਉਹਨਾਂ ਦੀ ਸਪੋਰਟ ਕੀਤੀ ਹੈ। ਸਾਰਿਆਂ ਨੂੰ ਖਾਸ ਕਰਕੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਵੀ ਆਪਣੇ ਜਿਹੜੇ ਮਜੀਸ਼ੀਅਨ ਇਸ ਟਾਈਮ ਸਾਂਭਣ ਦੀ ਲੋੜ ਹੈ, ਕਿਉਂਕਿ ਹੁਣ ਕਾਫੀ ਮਜੀਸ਼ੀਅਨ ਜਿਹੜੇ ਨੇ ਹੁਣ ਪ੍ਰੋਗਰਾਮ ਲੱਗ ਨਹੀਂ ਰਹੇ, ਉਹ ਹੁਣ ਇਸ ਟਾਈਮ ਕੋਈ ਨਾ ਕੋਈ ਸਬਜ਼ੀ ਦਾ ਕੰਮ, ਕੋਈ ਕੁਛ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਕਰਨਾ ਪੈਣਾ ਹਾਲਾਤ ਨਾ। ਹੁਣ ਇਹੋ ਜਿਹੇ ਹਾਲਾਤ ਵਿੱਚ ਤੁਸੀਂ ਇਹ ਸੋਚੋ ਵੀ ਜੇ ਤੁਹਾਡੀ ਜ਼ਿੰਦਗੀ ਬਚੀ ਹੈ ਨਾ, ਉਹ ਵੀ ਸੋਚੋ ਵੀ ਜਿੱਦਾਂ ਦੇ ਹਾਲਾਤ ਹੋ ਗਏ ਸੀ ਉਦੋਂ ਜ਼ਿੰਦਗੀ ਮੌਤ ਦਾ ਜਿਹੜਾ ਦੂਰ ਲੱਗਦਾ ਸੀ, ਹੁਣ ਇਹਦਾ ਨਾਲ ਕੀ ਕਰ ਸਕਦੇ ਫਿਰ? ਇਹ ਜਦੋਂ ਤੁਸੀਂ ਸ਼ੋਅ ਕਰਾਉਣੇ ਸ਼ੁਰੂ ਕੀਤੇ ਜਾਂ ਅੱਜ ਤੱਕ ਕਰਾਉਂਦੇ ਆਏ ਹੋ, ਤੁਸੀਂ ਕੀ ਸਮਝਦੇ ਹੋ ਕਿ ਕੀ ਮੁਸੀਬਤਾਂ ਕੀ ਪ੍ਰੋਬਲਮਾਂ ਤੁਹਾਨੂੰ ਫੇਸ ਹੋਈਆਂ ਜਿਨ੍ਹਾਂ ਨੂੰ ਤੁਸੀਂ ਟੈਕਲ ਕਰਕੇ ਇਹ ਕੰਮ ਕੀਤਾ? ਕੋਈ ਵੀ ਕੰਮ ਜੇ ਤੁਸੀਂ ਕਰੋ ਉਹਦੇ ਵਿੱਚ ਮੁਸੀਬਤਾਂ ਵੀ, ਉਹਦੇ ਵਿੱਚ ਵਾਧੇ ਵੀ ਘਾਟੇ ਵੀ ਸਾਰੇ ਨਾਲ ਹੁੰਦੇ। ਹੁਣ ਸ਼ੋਅ ਵੇਖੋ, ਤੁਸੀਂ ਸ਼ੋਅ ਕਰਾਉਣਾ, ਤੁਸੀਂ ਪਹਿਲਾਂ ਸਾਰੇ ਕਲਾਕਾਰਾਂ ਨੂੰ ਬੁੱਕ ਕਰਨਾ, ਉਹਨਾਂ ਨੂੰ ਕਲਾਕਾਰਾਂ ਦੀ ਐਵਰੇਜ ਦੇ ਵਿੱਚ ਉਹਨਾਂ ਨੇ ਜਿਹੜੀ ਘਰੋਂ ਚਾਹ ਪੀ ਕੇ ਆਉਣੀ ਹੈ, ਘਰ ਜਾ ਕੇ ਆਪਣੀ ਚਾਹ ਪੀਣੀ ਹੈ, ਤੁਹਾਡਾ ਸਾਰਾ ਖਰਚਾ ਤੁਹਾਡਾ। ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਵੀਜ਼ਿਆਂ ਦਾ ਅਰੇਂਜ ਕਰਨਾ, ਉਹਨਾਂ ਦੇ ਵੀਜ਼ੇ ਲਵਾ ਕੇ ਫਿਰ ਉਹਨਾਂ ਦਾ ਜਿਹੜਾ ਟਰਾਂਸਪੋਰਟੇਸ਼ਨ ਦਾ ਤੁਸੀਂ ਕਰਨਾ ਕਿ ਉਹਨਾਂ ਨੂੰ ਦਿੱਲੀ ਕਿੱਦਾਂ ਲੈ ਕੇ ਜਾਣਾ, ਉਹਨਾਂ ਦੀਆਂ 에ਅਰਲਾਈਨ ਦੀਆਂ ਟਿਕਟਾਂ ਲੈ ਕੇ ਦੇਣੀਆਂ, ਉੱਥੋਂ ਲਿਆ ਕੇ ਇੱਥੇ ਉਹਨਾਂ ਨੂੰ ਹੋਟਲਾਂ 'ਚ ਰੱਖਣਾ, ਫਿਰ ਇੱਥੇ ਉਹਨਾਂ ਨੂੰ ਐਡਵਰਟਾਈਜ਼ਮੈਂਟ ਕਰਨੀ ਹੈ, ਉਹ ਸਾਰੀ ਕਰਕੇ ਸਟੇਜ ਬਣਾ ਕੇ ਇੱਕ ਪ੍ਰਮੋਟਰ ਦਾ ਕੰਮ ਤੇ ਇਹ ਉਹਨੇ ਸਾਰਾ ਕੰਮ ਕਰਾ ਕੇ ਦੁਨੀਆ ਨੂੰ ਇਕੱਠੀ ਕਰਕੇ ਮਾਈਕ ਫੜਾ ਦੇਣਾ ਜੀ ਕਲਾਕਾਰ ਦੇ ਹੱਥ। ਜਦੋਂ ਮਾਈਕ ਜਿਹੜਾ ਆਰਟਿਸਟ ਦੇ ਹੱਥ ਆ ਜਾਂਦਾ, ਜਿਹੜੀ ਪਬਲਿਕ ਹੁੰਦੀ, ਜਿਹੜੀ ਆਡੀਅנס ਹੁੰਦੀ ਹੈ, ਉਹ ਪ੍ਰਮੋਟਰ ਨੂੰ ਭੁੱਲ ਜਾਂਦੀ ਵਿੱਚੋਂ। ਉਹ ਸਿੱਧਾ ਲਿੰਕ ਉਹਦਾ ਹੁੰਦਾ ਵੇ ਆਰਟਿਸਟ ਨਾਲ ਤੇ ਪਬਲਿਕ ਦਾ ਸਿੱਧਾ ਲਿੰਕ ਹੋ ਜਾਂਦਾ। ਉਦੋਂ ਤੱਕ ਉਹਨਾਂ ਨੂੰ ਇਹ ਹੁੰਦੀ ਆ ਵੀ ਇਹਨਾਂ ਨੂੰ ਇੱਥੇ ਪਹੁੰਚਾਉਣ ਤੱਕ, ਜਿਹੜਾ ਕੋਈ ਵੀ ਪ੍ਰਮੋਟਰ ਹੋਵੇ ਉਹਨਾਂ ਨੂੰ ਇੱਥੇ ਪਹੁੰਚਾਉਣ ਤੱਕ ਇਹਨੇ ਕਿੱਦਾਂ ਕਿਹੜੀਆਂ ਗੱਲਾਂ ਚੋਂ ਲੰਘ ਕੇ ਕਿੱਦਾਂ ਇੱਥੇ ਤੱਕ ਪਹੁੰਚਿਆ। ਸੋ ਇਹਦੇ ਵਿੱਚ ਕਈ ਵਾਰੀ ਤੁਹਾਡੀ ਕੋਈ ਫਲਾਈਟ ਮਿਸ ਹੋ ਗਈ, ਸਾਡੇ ਨਾਲ ਇਦਾਂ ਦੀਆਂ ਬੜੀਆਂ ਉਦਾਹਰਨਾਂ ਹੈਗੀਆਂ। ਫਲਾਈਟ ਮਿਸ ਹੋ ਗਈ, ਅੱਗੇ ਸ਼ੋਅ ਹੋਵੇ, ਤੁਸੀਂ ਕੀ ਕਰੋਗੇ? ਅੱਗੇ ਕੋਈ ਮੌਸਮ ਦੇ ਖਰਾਬ ਕੇ ਫਲਾਈਟ ਕੋਈ ਗੱਡੀ ਦੀ ਪ੍ਰੋਬਲਮ ਪੈ ਗਈ, ਜਿੰਨਾ ਜੇ ਤੁਸੀਂ ਕਈ ਵਾਰੀ ਹਫਤੇ 3.5 ਸ਼ੋਅ ਹੁੰਦੇ ਸੀ, ਫਰਾਈਡੇ ਸੈਟਰਡੇ ਸੰਡੇ, ਫਰਾਈਡੇ ਸ਼ਿਕਾਗੋ, ਸੈਟਰਡੇ ਸ਼ਾਟਲ, ਸੰਡੇ ਨਿਊਯਾਰਕ। ਉਹ ਤੁਹਾਨੂੰ ਪੂਰਾ ਤੁਹਾਡੇ ਕੋਲ ਟਾਈਮ ਹੁੰਦਾ, ਪੂਰਾ ਖਿੱਚ ਕੇ ਟਾਈਮ ਹੁੰਦਾ। ਪਰ ਚਲੋ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਘੱਟ ਚਾਂਸ ਹੋਏ ਨੇ ਇੰਨੇ ਸਾਲਾਂ ਦੇ ਵਿੱਚ, ਇੱਕ ਅੱਧੀ ਵਾਰੀ ਚਾਂਸ ਹੋਇਆ ਕਿ ਜਦੋਂ ਸਾਡੀ ਫਲਾਈਟ ਮਿਸ ਹੋ ਕੇ ਅਸੀਂ ਲੇਟ ਪਹੁੰਚੇ ਹਾਂ। ਇਹ ਸਾਰਾ ਜਿੰਨਾ ਬਰਡਨ ਹੁੰਦਾ, ਸਾਰੇ ਦਾ ਸਾਰਾ ਬਰਡਨ ਜਿਹੜਾ ਪ੍ਰਮੋਟਰ ਦੇ ਸਿਰ ਤੇ। ਉਹਨੇ ਸਵੇਰੇ ਉੱਠ ਕੇ, ਜੇ ਤੁਹਾਡੀ 6 ਵਜੇ ਫਲਾਈਟ ਹੈ, ਉਹਨੇ ਸੌਣਾ ਨਹੀਂ, ਉਹਨੇ 4 ਵਜੇ ਉੱਠ ਕੇ ਪਹਿਲਾਂ ਮਜੀਸ਼ੀਅਨਾਂ ਨੂੰ ਉਠਾਉਣਾ, ਵਿਚਾਰਿਆਂ ਨੂੰ ਉਹਨਾਂ ਤਿਆਰ ਹੋਣਾ, ਫਿਰ ਇਕੱਲੇ ਕਲਾਕਾਰ ਨੂੰ ਰੂਮ ਦੇ ਵਿੱਚ ਜਾ ਕੇ ਤੁਸੀਂ ਉਹਨੂੰ ਉਠਾਉਣਾ, ਆਪਾਂ ਨਹੀਂ ਇੰਨੇ ਵਜੇ ਫਲਾਈਟ ਹੈ, ਫਿਰ ਜਾਣਾ। ਉਹਨਾਂ ਇੱਕ ਵਾਰੀ ਉੱਠਣਾ ਨਹੀਂ ਕਈਆਂ ਨੇ, ਕਈ ਕਲਾਕਾਰ ਦੇ ਪਹਿਲੀ ਵਾਰੀ ਉੱਠ ਪੈਂਦੇ, ਕਈ ਨਹੀਂ ਉੱਠਦੇ, ਉਹਨਾਂ ਫਿਰ 12 ਵਾਰ ਜਾ ਕੇ ਉਠਾ ਕੇ ਵੀ ਆਪਣੀ ਫਲਾਈਟ ਹੈ। ਸੋ ਬੜੀਆਂ ਇੱਦਾਂ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਰਨੀਆਂ ਪੈਂਦੀਆਂ। ਅੱਛਾ, ਇੱਕ ਜੇ ਅਸੀਂ ਨਾਰਮਲ ਜੀ ਗੱਲ ਲਾ ਕੇ ਚੱਲੀਏ, ਹਾਂਜੀ, ਕੀ ਫਿਊਚਰ ਦੇ ਵਿੱਚ ਆਪਾਂ ਉਹੋ ਜਿਹੇ ਸ਼ੋਅ ਕਰਵਾ ਸਕਾਂਗੇ ਜਿਹੋ ਜਿਹੇ ਪਹਿਲਾਂ ਹੁੰਦੇ ਰਹੇ? ਨਹੀਂ, ਮੈਨੂੰ ਅਜੇ ਤੱਕ ਯਾਦ ਹੈ 1995-96 ਦੇ ਵਿੱਚ ਜਿੱਥੇ ਮਾਈਕਲ ਜੈਕਸਨ ਦੇ ਸ਼ੋਅ ਹੁੰਦੇ ਸੀ, ਜਿਹੜਾ ਕਿ ਤੁਹਾਨੂੰ ਪਤਾ ਕਿ ਕਿੰਨੇ ਟੌਪ ਦੇ ਸ਼ੋਅ ਸੀ। ਅਸੀਂ ਮੈਡੀਸਨ ਸਕੁਏਅਰ ਗਾਰਡਨ ਸੀ, ਉਹਨਾਂ ਹਾਲਾਂ ਦੇ ਵਿੱਚ ਸੋਲਡ ਆਊਟ ਸ਼ੋਅ ਕਰਦੇ ਰਹੇ ਹਾਂ। ਉਹਨਾਂ ਹਾਲਾਂ ਦੇ ਵਿੱਚ ਸ਼ੋਅ ਹੋਣੇ, PNE ਦੇ ਵਿੱਚ ਵੈਨਕੂਵਰ ਸ਼ੋਅ ਹੋਣੇ, ਬਹੁਤ ਵੱਡੀ ਗੱਲ, ਬੜੀ ਵੱਡੀ ਗੱਲ ਸੀ। ਉਦੋਂ ਆਰਟਿਸਟਾਂ ਦਾ ਗਰੁੱਪ ਵੀ ਇਕੱਠਾ ਹੁੰਦਾ ਸੀ, 8-8 10-10 ਆਰਟਿਸਟ ਲੈ ਕੇ ਆਉਂਦੇ ਸੀ। ਉਹ ਬੜੇ ਵੱਡੇ ਲੈਵਲ ਦੇ ਸ਼ੋਅ ਸੀ। ਮੈਨੂੰ ਉਮੀਦ ਨਹੀਂ ਕਿਉਂ ਉੱਦਾਂ ਦੇ ਸ਼ੋਅ ਅਸੀਂ ਮੁੜ ਕੇ ਕਦੇ ਇੱਦਾਂ ਦੇ ਹੋ ਸਕਣ, ਬਹੁਤ ਮੁਸ਼ਕਲ ਹੈ। ਇੱਕ ਹੋਰ ਬੜੀ ਚਰਚਾ ਦਾ ਵਿਸ਼ਾ ਹੈ ਕਿ ਚੰਗਾ ਗਾਣਾ ਜਿਹੜਾ ਉਹ ਉਨਾ ਪ੍ਰਸਿੱਧ ਨਹੀਂ ਹੁੰਦਾ ਜਿੰਨਾ ਮਾੜਾ ਮੈਂ ਤੈਨੂੰ ਮਾਰ ਦੂੰ, ਮੈਂ ਤੈਨੂੰ ਗੋਲੀ ਮਾਰ ਦੂੰ, ਤੈਨੂੰ ਪਾੜ ਕੇ ਰੱਖ ਦੂੰ, ਉਹ ਗਾਣੇ ਪ੍ਰਸਿੱਧ ਹੋ ਜਾਂਦੇ ਆ ਤੇ ਲੋਕ ਉਹਨਾਂ ਨੂੰ ਸੁਣਦੇ ਆ, ਤੇ ਉਹ ਗਾਇਕ ਵੀ ਪ੍ਰਸਿੱਧ ਹੋ ਜਾਂਦਾ ਜਿਹੜਾ ਇਹ ਗਾਣਾ
ਉਨਾ ਮਿਆਰੀ ਨਹੀਂ ਹੁੰਦਾ। ਇਹਦਾ ਕੀ ਕਾਰਨ ਤੁਸੀਂ ਸਮਝਦੇ ਹੋ ਕਿ ਕੀ ਕਦੀ ਅਸੀਂ ਮਿਆਰੀ ਗਾਣੇ ਦੁਬਾਰਾ ਸੁਣ ਸਕਾਂਗੇ? ਨਹੀਂ, ਸਭ ਤੋਂ ਪਹਿਲੀ ਗੱਲ ਕਿ ਕਿਉਂ ਜੇ ਉਹ ਹਿੱਟ ਹੁੰਦਾ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸੁਣਨ ਵਾਲਿਆਂ ਦਾ ਕਸੂਰ ਹੈ। ਜਿਹੜੇ ਉਹਨੂੰ ਸਭ ਤੋਂ ਵੱਧ ਵਿਊ ਦੇ ਕੇ, ਅੱਜ ਕੱਲ੍ਹ ਤੇ YouTube ਦਾ ਸੋਸ਼ਲ ਮੀਡੀਆ ਉਹ ਵੀ ਜਾਲੀ ਹੋ ਗਿਆ, ਜਾਲੀ ਵਿਊ ਮਿਲਣ ਲੱਗ ਪਏ ਸਭ ਕੁਝ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਮੈਂ ਹਮੇਸ਼ਾ ਕਹਿੰਦਾ ਵੀ ਗਾਣਾ ਉਹ ਗਾਓ ਜਿਹੜਾ ਤੁਸੀਂ ਇੱਕ ਪਰਿਵਾਰ ਦੇ ਵਿੱਚ ਸੁਣ ਸਕੋ, ਜਿਹੜਾ ਤੁਹਾਨੂੰ ਕੋਈ ਨਾ ਕੋਈ ਜਿਹੜਾ ਲੈਸਨ ਦੇ ਕੇ ਜਾਵੇ। ਹੁਣ ਜੇ ਤੁਸੀਂ ਯੂਥ ਨੂੰ ਵਿਗਾੜਨਾ, ਕਿਉਂਕਿ ਦੇਖੋ ਕੋਈ ਵੀ ਕਹਿੰਦੇ ਕਿਸੇ ਵੀ ਧਰਮ ਬਾਰੇ ਜਾਂ ਕਿਸੇ ਬਾਰੇ ਪਤਾ ਕਰਨਾ ਹੋਵੇ, ਉੱਥੇ ਜਾ ਕੇ ਉਸਦੇ 2 ਗੀਤ ਜਾਂ ਯੂਥ ਨੂੰ ਜਾ ਕੇ ਦੇਖ ਲਓ, ਤੁਹਾਨੂੰ ਉਹਨਾਂ ਦੇ ਵਿੱਚੋਂ ਲੱਭ ਜਾਏਗਾ ਕਿ ਇਹਨਾਂ ਦਾ ਆਉਣ ਵਾਲਾ ਫਿਊਚਰ ਕੀ ਹੈ। ਜਿਹੜੇ ਗੀਤ ਚੰਗੇ ਗੀਤ ਗਾਉਂਦੇ ਨੇ, ਅੱਜ ਤੁਸੀਂ ਦੇਖੋ, ਅੱਜ ਜਿਹੜਾ ਤੁਸੀਂ ਕਹਿੰਦੇ ਬੜਾ ਹਿੱਟ ਹੁੰਦਾ, ਉਹ ਦੂਜੀ ਵਾਰੀ ਤੁਹਾਡਾ ਸੁਣਨ ਨੂੰ ਦਿਲ ਨਹੀਂ ਕਰਦਾ। ਅੱਜ ਤੁਸੀਂ ਸੁਰਿੰਦਰ ਕੌਰ ਦੇ, ਆਸਾ ਸਿੰਘ ਮਸਤਾਨੇ ਦੇ ਪੁਰਾਣੇ ਜਿੰਨੇ ਇਦਾਂ ਦੇ ਗੀਤ ਸੀ, ਪੁਰਾਣੇ ਹਿੰਦੀ ਫਿਲਮ ਓਲਡ ਲਾ ਲਓ ਜਿੰਨੇ ਵੀ, ਤੁਸੀਂ ਬਾਰ-ਬਾਰ ਸੁਣਦੇ ਕਿ ਨਹੀਂ ਸੁਣਦੇ? ਫਿਰ ਉਹਨਾਂ ਗੀਤਾਂ ਦੀ ਵੈਲਿਊ ਜ਼ਿਆਦਾ ਕਿ ਜਿਹੜਾ 2 ਦਿਨ ਚੱਲ ਕੇ ਤਾੜੀਆਂ ਮਾਰ ਕੇ ਝੂਠੇ YouTube ਤੇ ਵਿਊ ਲੈ ਕੇ ਹੋ ਗਿਆ, ਉਹਦਾ ਜ਼ਿਆਦਾ। ਮੈਂ ਤੇ ਉਹੀ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ, ਜਿਹੜਾ ਗੀਤ ਕਿਸੇ ਕਲਾਕਾਰ ਦਾ 2 ਗੀਤ ਵੀ, 1 ਗੀਤ ਵੀ ਲੋਕ ਗੀਤ ਬਣ ਜਾਵੇ, ਉਹ ਕਲਾਕਾਰ ਸਫਲ ਹੋ ਜਾਂਦਾ, ਉਹ ਕਲਾਕਾਰ ਕਾਮਯਾਬ ਹੋ ਜਾਂਦਾ। ਕੀ ਇੱਕ ਕੋਈ ਇਹਦਾ ਮਿਆਰ, ਜੇ ਕਹੀਏ ਨਾ ਗਾਇਕੀ ਦਾ ਇੱਕ ਮਿਆਰ ਕਰਨਾ ਤੇ ਆਪਣੀ ਪਬਲਿਕ ਨਹੀਂ ਹੈ, ਕੀ ਇਹ ਮਿਆਰ ਇੱਕ ਸੈੱਟ ਕੀਤਾ ਜਾ ਸਕਦਾ ਕਿ ਇਸ ਮਿਆਰ ਦੇ ਗਾਇਕ ਚੰਗੇ ਆ, ਇਸ ਦੇ ਮਾੜੇ ਆ, ਜਾਂ ਇਹਨੂੰ ਸੁਣਿਆ ਜਾਵੇ ਜਾਂ ਇਹਨੂੰ ਨਾ ਸੁਣਿਆ ਜਾਵੇ? ਇਹੋ ਜਿਹਾ ਕੋਈ ਪ੍ਰਬੰਧ ਤੁਹਾਡੇ ਵਿਚਾਰ ਨਾਲ ਹੋ ਸਕਦਾ? ਪ੍ਰਬੰਧ ਵੇਖੋ, ਇਹਦਾ ਪ੍ਰਬੰਧ ਕੀ ਹੋ ਸਕਦਾ? ਦੇਖੋ ਹੁਣ ਅਜੇ ਤਾਂ ਉੱਥੇ ਦੇਖੋ ਜਿਹੜੇ ਆਮ ਕਲਾਕਾਰ ਨੇ ਨਾ, ਕਲਾਕਾਰਾਂ ਦੀਆਂ 2 ਟੀਮਾਂ ਉੱਥੇ ਬਣ ਜਾਂਦੀਆਂ, ਇੱਕ ਚੰਗਾ ਗਾਉਣ ਵਾਲੇ, ਇੱਕ ਮਾੜਾ ਗਾਉਣ ਵਾਲੇ। ਉਹਨਾਂ ਆਪਸ ਵਿੱਚ ਹੀ ਉਹਨਾਂ ਦਾ ਕਿੰਨਾ ਆਪਸ ਵਿੱਚ ਕਿੰਨੀ ਬਹਿਸ ਚੱਲਦੀ ਰਹਿੰਦੀ, ਪਰ ਐਂਡ ਦੇ ਉੱਤੇ ਜਿੱਦਾਂ ਕੌਣ ਹੈ, ਐਂਡ ਦੇ ਉੱਤੇ ਉਹੀ ਰਹਿ ਜਾਂਦਾ ਨਾ। ਇਹਦੇ ਜਿੱਦਾਂ ਕੋਈ ਸੈਂਸਰ ਨਹੀਂ ਬਣੇ, ਇੱਦਾਂ ਦਾ ਕੋਈ ਨਾ ਕੋਈ ਜਿਹੜਾ ਸੈਂਸਰ ਬਣਾਉਣਾ ਚਾਹੀਦਾ ਵੀ ਜਿਹੜਾ ਇਹ ਗੀਤ ਪਾਸ ਕਰੇ, ਵੀ ਜਿਹੜਾ ਗੀਤ ਹੋਣਾ ਚਾਹੀਦਾ, ਜਿਹੜਾ ਨਹੀਂ ਚੱਲਣਾ ਚਾਹੀਦਾ ਉਹ ਨਹੀਂ ਚੱਲਣਾ ਚਾਹੀਦਾ। ਪਰ ਇਹ ਬੜਾ ਇਮਾਨਦਾਰੀ ਵਾਲਾ ਕੰਮ ਹੈ, ਇਹ ਇਮਾਨਦਾਰੀ ਨਾਲ ਹੋ ਸਕਦਾ। ਇਹ ਨਹੀਂਗਾ ਕਿ ਆਪਾਂ ਜਿਹੜੀ ਕੋਈ ਟੀਮ ਬਣਾਈਏ ਉਹ ਵੀ ਅੰਦਰ ਖਾਤੇ, ਜਿੱਦਾਂ ਆਪਣੀਆਂ ਕਿੱਦਾਂ ਦੀਆਂ ਫਿਲਮਾਂ ਆਈਆਂ ਜਿਹੜੀਆਂ ਆਪਣੇ ਚੱਲਣ ਯੋਗ ਹੀ ਨਹੀਂ ਸਨ, ਉਹ ਵੀ ਆਪਣੇ ਉਹਨਾਂ ਨੇ ਕਈ ਵਾਰੀ ਰਿਲੀਜ਼ ਕਰਾ ਲਈਆਂ। ਜਿਸ ਤਰ੍ਹਾਂ PTC ਵੱਲੋਂ ਇੱਕ ਆਪਣੇ ਤੌਰ ਤੇ ਫੈਸਲਾ ਲਿਆ ਗਿਆ ਸੀ ਕਿ ਜਿਹੜੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਗਾਣੇ, ਉਹਨਾਂ ਦੀ ਐਡ ਵੀ ਨਹੀਂ ਚਲਾਈ ਜਾਏਗੀ। ਅੱਛਾ। ਤੇ ਹੋ ਸਕਦਾ ਕਿ ਬਾਕੀ TV ਚੈਨਲ ਜਾਂ ਬਾਕੀ ਮੀਡੀਆ ਵੀ ਸਾਰਾ ਇਹੋ ਜਿਹੇ ਗਾਣਿਆਂ ਨੂੰ ਬੈਨ ਕਰੇ ਤੇ ਇਹ ਹੋ ਜਾਏ। ਤੇ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਇਹ ਸਭ ਕੁਝ ਹੋਏਗਾ ਔਰ ਕਦੋਂ ਅਸੀਂ ਉਸ ਨਾਰਮਲ ਜ਼ਿੰਦਗੀ ਨੂੰ ਜੀ ਸਕਾਂਗੇ ਜੋ ਕਰੋਨਾ ਵਾਇਰਸ ਤੋਂ ਪਹਿਲੋਂ ਸੀ ਜਾਂ ਪਿਛਲੇ ਸਾਲ ਸੀ। ਤੇ ਤੁਸੀਂ ਦਰਸ਼ਕਾਂ ਨੂੰ ਕੁਝ ਹੋਰ ਸੁਨੇਹਾ ਦੇਣਾ ਚਾਹੋਗੇ PTC ਦੇ? ਮੈਂ ਸਭ ਤੋਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਕਿ ਜੇ PTC ਨੇ ਇਹ ਕਦਮ ਚੁੱਕਿਆ, ਮੈਂ ਬਹੁਤ ਵਧਾਈ ਦਿੰਦਾ ਵਾਂ ਕਿ ਹਰ ਇੱਕ ਚੈਨਲ ਨੂੰ, ਜਿੱਦਾਂ ਆਪਾਂ ਕਹਿੰਦੇ ਕੋਈ ਸੈਂਸਰ ਬੋਰਡ ਬਣਾਉਣਾ ਚਾਹੀਦਾ, ਸਭ ਤੋਂ ਪਹਿਲਾਂ ਜੇ ਚੈਨਲ ਹੀ ਸਾਰੇ ਇਹ ਸ਼ੁਰੂ ਕਰ ਲੈਣ, ਸੋਸ਼ਲ ਮੀਡੀਆ ਦੇ ਉੱਤੇ ਹੀ ਸਾਰੇ ਸ਼ੁਰੂ ਕਰ ਲੈਣ ਵੀ ਜਿਹੜਾ ਕੋਈ ਚੰਗਾ ਜਿਹੜਾ ਕੋਈ ਮਾੜਾ ਗੀਤ ਗਾਉਂਦਾ, ਜਿਹੜਾ ਚੰਗਾ ਸੀ ਉਹਨੂੰ ਨਾ ਲਾਉਣਾ ਤਾਂ ਨਹੀਂ ਸੁਣਨਾ। ਮੈਂ ਤੇ ਹੋਰ ਮੈਸੇਜ ਮੈਂ ਕੋਈ ਇੰਨਾ ਦੇਣ ਜੋਗਾ ਨਹੀਂ। ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਅੱਜ ਜਿੱਥੇ ਆਪਾਂ ਗਾਇਕੀ ਦੀ ਗੱਲ ਕਰਦੇ ਹਾਂ ਕਿ ਚੰਗਾ ਆਪਾਂ ਨੂੰ ਸੁਣਨਾ ਚਾਹੀਦਾ, ਉਸ ਦੇ ਨਾਲ ਜਿੱਦਾਂ ਅੱਜ ਕਰੋਨਾ ਦੀ ਮਾਰ ਪਈ, ਆਪਾਂ ਜਿੰਨਾ ਵੀ ਭਾਈਚਾਰਾ ਹੈ, ਜਿੰਨੇ ਜੋ ਕੋਈ ਹੈਗੇ ਆ, ਜੇ ਉਹਦੇ ਲਾਗੇ ਕੋਈ ਰਿਸ਼ਤੇਦਾਰ, ਸੱਜਣ ਮਿੱਤਰ, ਇੱਕ ਦੂਜੇ ਦੀ ਸਪੋਰਟ ਕਰਕੇ ਇਸ ਟਾਈਮ ਇੱਕ ਦੂਜੇ ਦੀ ਬਾਂਹ ਫੜਨ ਦੀ ਲੋੜ ਹੈ। ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਜਿਹੜੇ ਪੈਸੇ ਕਮਾਏ ਕੋਈ ਸਾਰੇ ਇੱਥੇ ਰਹਿ ਜਾਣੇ ਨੇ। ਕਹਿੰਦੇ ਹੁੰਦੇ ਨੇ ਕਿ ਪੈਸਾ ਜਿਹੜਾ ਤੁਹਾਡੇ ਕੋਲ ਹੈ, ਜੇ ਉਹਨੂੰ ਤੁਸੀਂ ਯੂਜ਼ ਕਰ ਲਓ ਤੁਹਾਡਾ, ਜਾਂ ਕਿਸੇ ਨੂੰ ਦੇ ਦਿਓ ਤਾਂ ਵੀ, ਜੇ ਦੋਨੇ ਚੀਜ਼ਾਂ ਤੁਸੀਂ ਨਹੀਂ ਕਰਦੇ ਤਾਂ ਉਹ ਤੁਹਾਡਾ ਹੈ ਹੀ ਨਹੀਂਗਾ। ਸੋ ਇਸ ਟਾਈਮ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇੱਕ ਦੂਜੇ ਦੀ ਸਪੋਰਟ ਕਰਨ ਦੀ ਲੋੜ ਹੈ। ਆਪਾਂ ਸਾਰੇ ਇਸ ਔਖੀ ਘੜੀ ਤੋਂ ਲੰਘ ਕੇ ਫਿਰ ਇੱਕ ਵਾਰੀ ਉੱਦਾਂ ਦੀ ਦੁਨੀਆ ਵਿੱਚ ਜਿੱਦਾਂ ਦੀ ਆਪਾਂ ਪਹਿਲਾਂ ਵਸਦੀ ਸੀ, ਹੱਸਦੇ ਖੇਡਦੇ ਅਤੇ ਉਹ ਮੇਲੇ ਲਾਈਏ। ਸੋ ਦਰਸ਼ਕੋ, ਗੱਲਾਂ ਹੋਰ ਵੀ ਨੇ, ਵਾਪਸ ਫੇਰ ਆਵਾਂਗੇ ਕਿਸੇ ਨਵੇਂ ਗੈਸਟ ਦੇ ਨਾਲ, ਨਵੇਂ ਮੁੱਦੇ ਦੇ ਨਾਲ, ਪਰ ਹੁਣ ਟਾਈਮ ਹੋ ਗਿਆ ਹੈ ਤੇ ਸਾਨੂੰ ਇਜਾਜ਼ਤ ਦਿਓ। ਬਾਜਵਾ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ, ਬਹੁਤ ਮਿਹਰਬਾਨੀ ਤੁਹਾਡਾ ਸਾਡੇ ਇੱਥੇ ਆਉਣ ਦਾ, ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।